ਤੁਹਾਡਾ ਮੇਰੇ ਚੈਨਲ ਉੱਪਰ ਸਵਾਗਤ ਹੈ। ਬੱਚਿਓ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 7th ਕਲਾਸ ਦੀ ਇੰਗਲਿਸ਼ ਦਾ ਲੈਸਨ ਨੰਬਰ 7 ਦਾ ਪ੍ਰਿੰਸਿਸ ਹੂ ਨੈਵਰ ਸਮਾਈਲਡ ਦੀ ਐਕਟੀਵਿਟੀਜ਼। ਠੀਕ ਹੈ, ਤਾਂ ਸ਼ੁਰੂ ਕਰਦੇ ਹਾਂ। ਸਾਡੀ ਐਕਟੀਵਿਟੀ ਨੰਬਰ 2, ਇਹਦੇ ਵਿੱਚ ਸਾਨੂੰ ਕੀ ਦੱਸ ਰਹੇ ਨੇ? ਰੀਅਰੇਂਜ ਦਾ ਜੰਬਲਡ ਵਰਡ ਗਿਵਨ ਇਨ ਕੈਪੀਟਲਸ ਔਨ ਦਾ ਰਾਈਟ ਸਾਈਡ ਔਰ ਟੂ ਮੇਨ ਦਾ ਫੋਲੋਇੰਗ। ਸਾਨੂੰ ਥੱਲੇ ਜੰਬਲਸ ਵਰਡਸ ਦਿੱਤੇ ਹੋਏ ਆ, ਜਿਸ ਤਰ੍ਹਾਂ ਦਾ ਡਾਟਰ ਆਫ ਦ ਕਿੰਗ, ਕਿ ਰਾਜੇ ਦੀ ਪੁੱਤਰੀ ਨੂੰ ਕੀ ਕਹਿੰਦੇ ਨੇ, ਅਤੇ ਜੰਬਲ ਵਰਡਸ ਮੀਨਸ ਕਿ ਜਿਹੜੇ ਵਰਡਸ ਆ ਇੱਧਰ ਉੱਧਰ ਕਰਕੇ ਲਿਖੇ ਹੋਏ ਆ, ਅਸੀਂ ਉਹਨਾਂ ਨੂੰ ਰੀਅਰੇਂਜ ਕਰਦੇ ਹਾਂ। ਠੀਕ ਹੈ, ਤਾਂ ਫਸਟ ਵਨ ਹੈ ਦ ਡਾਟਰ ਆਫ ਕਿੰਗ। ਰਾਜੇ ਦੀ ਪੁੱਤਰੀ ਨੂੰ ਕੀ ਕਹਿੰਦੇ ਆ? ਪ੍ਰਿੰਸਿਸ। ਠੀਕ ਹੈ, PRINCESS। ਸੈਕਿੰਡ ਵਨ ਟੂ ਐਂਟਰਟੇਨ। ਐਂਟਰਟੇਨ ਦਾ ਜਿਹੜਾ ਜੰਬਲ ਵਰਡਸ ਹੈ ਉਹਦਾ ਅਸੀਂ ਸਹੀ ਵਰਡ ਬਣਾਇਆ ਹੈ ਅਮਿਊਜ਼। ਅਮਿਊਜ਼ ਮੀਨਸ ਕਿਸੇ ਦਾ ਮਨੋਰੰਜਨ ਕਰਨਾ। ਟੂ ਐਂਟਰਟੇਨ ਮੀਨਸ ਮਨੋਰੰਜਨ ਕਰਨਾ, ਅਮਿਊਜ਼ ਦਾ ਮਤਲਬ ਹੀ ਮਨੋਰੰਜਨ ਕਰਨਾ। ਥਰਡ ਵਨ ਇਜ਼ ਸਕਿਲਫੁਲ ਐਕਟ। ਉਹਨੂੰ ਕਹਿੰਦੇ ਆ ਟ੍ਰਿਕ। ਠੀਕ ਹੈ, ਜੰਬਲ ਵਰਡ ਦਾ ਬਣੇਗਾ ਟ੍ਰਿਕ। ਇਹ ਸਕਿਲਫੁਲ ਐਕਟ ਮੀਨਸ ਟ੍ਰਿਕ, ਇੱਕ ਚਲਾਕੀ। ਠੀਕ ਹੈ, ਜਿਹੜਾ ਆਪਣੇ ਕੰਮ 'ਚ ਮਾਹਿਰ ਹੋਵੇ। ਫੋਰਥ ਵਨ ਹੈ ਜੋਕਰ। ਜੋਕਰ ਦਾ ਜਿਹੜਾ ਜੰਬਲ ਵਰਡ ਹੈ ਉਹਦਾ ਬਣੇਗਾ ਕਲਾਊਨ। CLOWN। ਕਲਾਊਨ ਦਾ ਮਤਲਬ ਵੀ ਜੋਕਰ ਹੀ ਹੁੰਦਾ ਹੈ। ਇਹ ਪਲੇਸ ਵੇਅਰ ਕਿੰਗਸ ਲਿਵ। ਉਹ ਸਥਾਨ ਜਿੱਥੇ ਰਾਜਾ ਰਹਿੰਦਾ ਹੈ, ਉਸ ਸਥਾਨ ਨੂੰ ਕੀ ਕਹਿੰਦੇ ਆ? ਪੈਲਸ। ਪੈਲਸ ਮੀਨਸ ਮਹਿਲ। ਠੀਕ ਹੈ। ਸਿਕਸ ਵਨ ਹੈ ਇਹ ਪਰਫੋਰਮੈਂਸ ਵਿਥ ਨੋ ਵਰਡਸ। ਉਸਦਾ ਜੰਬਲ ਵਰਡਸ ਦਾ ਬਣੇਗਾ ਮਾਈਮ। MIME। ਮਤਲਬ ਕਿ ਅਜਿਹੀ ਪਰਫੋਰਮੈਂਸ ਜਿਹਦੇ ਵਿੱਚ ਕੀ ਆ, ਸਿਰਫ ਐਕਟਿੰਗ ਕਰਕੇ ਹੀ ਬੰਦੇ ਨੂੰ ਹਸਾਇਆ ਜਾਂਦਾ ਹੈ, ਜਿਹਦੇ ਵਿੱਚ ਬੋਲਿਆ ਕੁਛ ਵੀ ਨਹੀਂ ਜਾਂਦਾ ਹੈ। ਮੀਨਸ ਕਿਸੇ ਦੀ ਨਕਲ ਤਾਂ ਕੀਤੀ ਜਾਂਦੀ ਹੈ ਪਰ ਬੋਲਿਆ ਨਹੀਂ ਜਾਂਦਾ। ਸੈਵਨਥ ਹੈ ਕਿੰਗ ਕੋਰਟੀਅਰਸ। ਮੀਨ ਜਿਹੜੇ ਰਾਜੇ ਦੇ ਦਰਬਾਰੀ ਆ ਉਹਨਾਂ ਨੂੰ ਕੀ ਕਹਿੰਦੇ ਆ? ਮਿਨਿਸਟਰਸ। ਠੀਕ ਹੈ, ਇਹ ਜੰਬਲ ਵਰਡਸ ਦਾ ਕੀ ਬਣਿਆ? ਮਿਨਿਸਟਰਸ। MINISTERS। ਏਟਥ ਵਨ ਹੈ ਨੋਟ ਇਨਫ, ਮੀਨਸ ਕਿ ਪੂਰਾ ਨਾ ਹੋਣਾ, ਅਤੇ ਇਹਦਾ ਜੰਬਲ ਵਰਡ ਦਾ ਬਣੇਗਾ ਸਕਾਰਸ। SCARCE। ਇਹਦਾ ਮਤਲਬ ਇਹ ਹੈ ਕਿ ਕਾਫੀ ਨਹੀਂ ਹੋਣਾ ਜਾਂ ਪੂਰਾ ਨਾ ਹੋਣਾ। ਨਾਈਨ ਦਾ ਫਰਾਈਟਨਡ ਐਂਡ ਟੈਂਸ। ਡਰਿਆ ਹੋਇਆ ਅਤੇ ਸਹਿਮਿਆ ਹੋਇਆ। ਇਹਦਾ ਜੰਬਲ ਵਰਡ ਹੈ ਨਰਵਸ। ਇਹਦਾ ਵੀ ਸੇਮ ਮੀਨਿੰਗ ਹੈ ਕਿ ਡਰੇ ਹੋਣਾ ਜਾਂ ਚਿੰਤਾ ਵਿੱਚ ਹੋਣਾ। 10th ਆ ਜਾਏਗਾ ਬਿਕਮ ਵਿਜ਼ੀਬਲ। ਤਾਂ ਬੱਚੋ ਇਹਦਾ ਮੈਂ ਲਿਖਣਾ ਸ਼ਾਇਦ ਭੁੱਲ ਗਈ ਹਾਂ, ਲੇਕਿਨ ਮੈਂ ਤੁਹਾਨੂੰ ਸਪੈਲਿੰਗ ਬੋਲਦੀ ਹਾਂ। ਬਿਕਮ ਵਿਜ਼ੀਬਲ ਮੀਨਸ ਪ੍ਰਤੱਖ ਹੋਣਾ, ਮੀਨਸ ਕਿ ਦਿਖਣਾ। ਇਹਦਾ ਆਏਗਾ ਅਪੀਅਰ। APPEAR। ਅਪੀਅਰ। ਦੁਬਾਰਾ ਤੁਸੀਂ ਲਿਖੋ APPEA ਔਰ ਆਰ। ਇਹਦੇ ਨਾਲ ਸਾਡੀ ਐਕਟੀਵਿਟੀ ਨੰਬਰ 2 ਖਤਮ ਹੁੰਦੀ ਹੈ। ਠੀਕ ਹੈ, ਸਾਡੀ ਐਕਟੀਵਿਟੀ ਨੰਬਰ 3, ਆਨਸਰ ਦਾ ਫੋਲੋਇੰਗ ਕੁਐਸਚਨ। ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ। ਸਾਡਾ ਪਹਿਲਾ ਪ੍ਰਸ਼ਨ ਹੈ ਵਾਈ ਵਾਜ਼ ਦਾ ਕਿੰਗ ਵਰੀਡ ਅਬਾਊਟ ਤਾਨੀਆ ਦਾ ਪ੍ਰਿੰਸਿਸ। ਕਿ ਜਿਹੜਾ ਰਾਜਾ ਸੀ ਉਹ ਆਪਣੀ ਪੁੱਤਰੀ, ਜਿਹੜੀ ਉਹਦੀ ਰਾਜਕੁਮਾਰੀ ਸੀ, ਉਸ ਨੂੰ ਲੈ ਕੇ ਚਿੰਤਾ ਵਿੱਚ ਕਿਉਂ ਸੀ? ਵਰੀਡ ਮੀਨਸ ਚਿੰਤਾ ਵਿੱਚ। ਇਹਦਾ ਆਨਸਰ ਆਏਗਾ ਦਾ ਕਿੰਗ ਵਾਜ਼ ਵਰੀਡ ਅਬਾਊਟ ਤਾਨੀਆ। ਠੀਕ ਹੈ, ਦਾ ਪ੍ਰਿੰਸਿਸ ਬਿਕੋਜ਼ ਸ਼ੀ ਨੈਵਰ ਸਮਾਈਲਡ ਔਰ ਲਾਫਡ। ਕਿ ਜਿਹੜਾ ਰਾਜਾ ਸੀ ਉਹ ਆਪਣੀ ਪੁੱਤਰੀ ਤਾਨੀਆ ਨੂੰ ਲੈ ਕੇ ਚਿੰਤਤ ਸੀ, ਕਿਉਂਕਿ ਉਹ ਕਦੇ ਵੀ ਨਹੀਂ ਸੀ ਹੱਸੀ। ਤੁਸੀਂ ਕੀ ਕਰਨਾ ਹੈ? ਕੁਐਸਚਨ ਦੇ ਵਿੱਚੋਂ ਦ ਕਿੰਗ ਵਰੀਡ ਅਬਾਊਟ ਤਾਨੀਆ ਦਾ ਪ੍ਰਿੰਸਿਸ ਦਾ ਲਿਖ ਕੇ ਨੈਕਸਟ ਲਿਖਣਾ ਹੈ ਬਿਕੋਜ਼ ਸ਼ੀ ਨੈਵਰ ਸਮਾਈਲਡ ਔਰ ਲਾਫਡ। ਠੀਕ ਹੈ। ਸੈਕਿੰਡ ਕੁਐਸਚਨ ਹੈ ਵਾਟ ਡਿਡ ਹੀ ਡੂ ਟੂ ਅਮਿਊਜ਼ ਹਿਜ਼ ਡਾਟਰ। ਅਮਿਊਜ਼ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਮਨੋਰੰਜਨ ਕਰਨਾ। ਅਤੇ ਰਾਜੇ ਨੇ ਆਪਣੀ ਬੇਟੀ ਦਾ ਮਨੋਰੰਜਨ ਕਰਨ ਵਾਸਤੇ ਕੀ ਕੀਤਾ? ਇਹਦਾ ਆਨਸਰ ਆਏਗਾ
he called a magician to amuse his daughter कि उसने जादूगर ਨੂੰ ਬੁਲਾਇਆ ਆਪਣੀ ਬੇਟੀ ਦਾ ਮਨੋਰੰਜਨ ਕਰਨ ਲਈ। ਮੈਜੀਸ਼ੀਅਨ ਮੀਨਸ ਜਾਦੂਗਰ। ਸਾਡਾ ਥਰਡ ਵਨ ਕੁਐਸਚਨ ਹੈ ਵਾਟ ਡਿਡ ਦ ਮੈਜੀਸ਼ੀਅਨ ਡੂ ਕਿ ਮੈਜੀਸ਼ੀਅਨ ਜਿਹੜਾ ਜਾਦੂਗਰ ਸੀ ਉਸਨੇ ਕੀ ਕੀਤਾ। ਆਨਸਰ ਹੈ ਦ ਮੈਜੀਸ਼ੀਅਨ ਸ਼ੋਡ ਦ ਪ੍ਰਿੰਸਿਸ ਸਮ ਟ੍ਰਿਕਸ ਕਿ ਜਿਹੜਾ ਜਾਦੂਗਰ ਸੀ ਉਸਨੇ ਰਾਜਕੁਮਾਰੀ ਨੂੰ ਕੁਛ ਟ੍ਰਿਕਸ ਮੀਨਸ ਕੁਛ ਚਲਾਕੀਆਂ ਦਿਖਾਈਆਂ। ਠੀਕ ਹੈ। ਫੋਰਥ ਵਨ ਵਾਟ ਡਿਡ ਦ ਕਲੋਨ ਡੂ ਕਿ ਜੋਕਰ ਨੇ ਕੀ ਕੀਤਾ। ਮੈਂ ਦੱਸਿਆ ਸੀ ਤੁਹਾਨੂੰ ਕਲੋਨ ਦਾ ਮੀਨਸ ਜੋਕਰ ਕਿ ਜਿਹੜਾ ਜੋਕਰ ਆ ਸੀ ਉਸਨੇ ਕੀ ਕੀਤਾ। ਆਨਸਰ ਆਏਗਾ ਦ ਕਲੋਨ ਟਰਾਈਡ ਟੂ ਮੇਕ ਹਰ ਲਾਫ ਵਿਦ ਏ ਮਾਈਮ। ਮਾਈਮ ਮੀਨਸ ਨਕਲ ਕਰਨਾ ਕਿਸੇ ਦੀ। ਠੀਕ ਹੈ। ਜਿਹੜਾ ਜੋਕਰ ਸੀ ਉਸਨੇ ਰਾਜਕੁਮਾਰੀ ਨੂੰ ਹਸਾਉਣ ਵਾਸਤੇ ਨਕਲ ਕੀਤੀ। ਕਿਹੜੀ ਨਕਲ। ਬਿਨਾਂ ਬੋਲਿਆ। ਫਿਫਥ ਵਨ ਮੀਨਸ ਵਾਟ ਡਿਡ ਦ ਕਿੰਗ ਡੂ ਵੈਨ ਦ ਪ੍ਰਿੰਸਿਸ ਡਿਡ ਨੋਟ ਸਮਾਈਲ ਕਿ ਰਾਜੇ ਨੇ ਕੀ ਕੀਤਾ ਜਦ ਉਸਦੀ ਪੁੱਤਰੀ ਨਹੀਂ ਹੱਸੀ। ਠੀਕ ਹੈ। ਇਹਦਾ ਆਨਸਰ ਹੈ ਦ ਕਿੰਗ ਟੋਲਡ all the people in the country that anyone who makes the princess laugh would get to marry the princess ਕਿ ਰਾਜੇ ਨੇ ਆਪਣੇ ਦੇਸ਼ ਦੇ ਸਾਰੇ ਲੋਕਾਂ ਨੂੰ ਇਹ ਕਿਹਾ ਕਿ ਜਿਹੜਾ ਵੀ ਰਾਜਕੁਮਾਰੀ ਨੂੰ ਹਸਾਵੇਗਾ ਮੈਂ ਉਸਦਾ ਵਿਆਹ ਰਾਜਕੁਮਾਰੀ ਨਾਲ ਕਰ ਦੇਵਾਂਗਾ। ਸਿਕਸ ਵਨ ਕੁਐਸਚਨ who was ਇਵਾਨ ਕਿ ਇਵਾਨ ਕੌਣ ਸੀ। ਇਹਦਾ ਆਨਸਰ ਆਏਗਾ ਇਵਾਨ ਵਾਜ਼ ਏ ਪੂਅਰ ਬॉय। ਇਵਾਨ ਜਿਹੜਾ ਸੀ ਇੱਕ ਗਰੀਬ ਲੜਕਾ ਸੀ। ਹੀ ਵਰਕਡ ਫॉर ਏ ਫਾਰਮਰ ਜਿਹੜਾ ਕਿ ਕਿਸਾਨ ਦੇ ਲਈ ਕੰਮ ਕਰਦਾ ਸੀ। ਕੁਐਸਚਨ ਨੰਬਰ 7 ਵਾਟ ਡਿਡ ਇਵਾਨ ਵਾਂਟ ਟੂ ਡੂ ਕਿ ਜਿਹੜਾ ਇਵਾਨ ਸੀ ਉਹ ਕੀ ਕਰਨਾ ਚਾਹੁੰਦਾ ਸੀ। ਆਨਸਰ ਹੈ ਇਵਾਨ ਵਾਂਟਡ ਟੂ ਮੇਕ ਦ ਪ੍ਰਿੰਸਿਸ ਲਵ ਐਂਡ ਟੂ ਮੈਰੀ ਵਿਦ ਹਰ ਕਿ ਜਿਹੜਾ ਇਵਾਨ ਸੀ ਉਹ ਚਾਹੁੰਦਾ ਸੀ ਕਿ ਉਹ ਰਾਜਕੁਮਾਰੀ ਨੂੰ ਹਸਾਵੇ ਅਤੇ ਉਸ ਨਾਲ ਵਿਆਹ ਕਰ ਲਵੇ। ਠੀਕ ਹੈ। ਏਥ ਵਨ ਕੁਐਸਚਨ ਹੂ ਆਲ ਡਿਡ ਹੀ ਮੈਟ ਔਨ ਹਿਜ਼ ਵੇ ਟੂ ਦ ਪੈਲੇਸ ਕਿ ਜਦ ਇਵਾਨ ਪੈਲੇਸ ਜਾ ਰਿਹਾ ਸੀ ਅਤੇ ਉਸਨੂੰ ਕੌਣ ਮਿਲਿਆ। ਆਨਸਰ ਆਏਗਾ ਹੀ ਮੈਟ ਵਿਦ ਏ ਫਿਸ਼ ਏ ਮਾਊਸ ਐਂਡ ਏ ਗ੍ਰਾਸਹੋਪਰ ਔਨ ਹਿਜ਼ ਵੇ ਟੂ ਦ ਪੈਲੇਸ ਕਿ ਉਹ ਮਹਿਲ ਦੇ ਰਸਤੇ ਵਿੱਚ ਇੱਕ ਮਛਲੀ ਨੂੰ ਇੱਕ ਚੂਹੇ ਨੂੰ ਅਤੇ ਇੱਕ ਟਿੱਡੇ ਨੂੰ ਮਿਲਿਆ। ਵਾਟ ਡਿਡ ਦੇ ਵਾਂਟ ਉਹ ਸਾਰੇ ਕੀ ਚਾਹੁੰਦੇ ਸਨ। ਕਿਹਦੇ ਬਾਰੇ ਗੱਲ ਹੋ ਰਹੀ ਹੈ। ਗੱਲ ਹੋ ਰਹੀ ਹੈ ਮਛਲੀ ਦੀ ਚੂਹੇ ਦੀ ਅਤੇ ਟਿੱਡੇ ਦੀ ਕਿ ਉਹ ਸਾਰੇ ਕੀ ਚਾਹੁੰਦੇ ਸਨ। ਇਹਦਾ ਆਨਸਰ ਆਏਗਾ ਦੇ ਵਾਂਟਡ ਏ ਨਿਊ ਹੋਮ ਉਹਨਾਂ ਸਾਰਿਆਂ ਨੂੰ ਇੱਕ ਨਵਾਂ ਘਰ ਚਾਹੀਦਾ ਸੀ। 10th ਕੁਐਸਚਨ ਵਾਟ ਡਿਡ ਇਵਾਨ ਗਿਵ ਈਚ ਆਫ ਦੈਮ ਕਿ ਜਿਹੜਾ ਇਵਾਨ ਸੀ ਉਸਨੇ ਸਾਰਿਆਂ ਨੂੰ ਕੀ ਦਿੱਤਾ। ਇਹਦਾ ਆਨਸਰ ਆਏਗਾ ਇਵਾਨ ਗਿਵ ਈਚ ਆਫ ਦੈਮ 1 ਗੋਲਡ ਕੋਇਨ ਇਵਾਨ ਨੇ ਸਾਰਿਆਂ ਨੂੰ ਇੱਕ ਸੋਨੇ ਦਾ ਸਿੱਕਾ ਦਿੱਤਾ। ਵੇਅਰ ਵਾਜ਼ ਪ੍ਰਿੰਸੈਸ ਜਿਹੜੀ ਰਾਜਕੁਮਾਰੀ ਸੀ ਉਹ ਕਿੱਥੇ ਸੀ। ਇਹ ਕਦੋਂ ਦੀ ਗੱਲ ਹੋ ਰਹੀ ਹੈ ਜਦੋਂ ਇਵਾਨ ਪੈਲੇਸ ਮਹਿਲ ਪਹੁੰਚਿਆ ਸੀ ਉਦੋਂ ਬਾਰੇ ਪੁੱਛ ਰਿਹਾ ਕਿ ਰਾਜਕੁਮਾਰੀ ਉਦੋਂ ਕਿੱਥੇ ਸੀ। ਵੇਅਰ ਵਾਜ਼ ਪ੍ਰਿੰਸੈਸ। ਆਨਸਰ ਆਏਗਾ ਦ ਪ੍ਰਿੰਸੈਸ ਵਾਜ਼ ਸਟੈਂਡਿੰਗ ਬਾਏ ਹਰ ਵਿੰਡੋ ਕਿ ਜਿਹੜੀ ਰਾਜਕੁਮਾਰੀ ਸੀ ਉਹ ਆਪਣੀ ਖਿੜਕੀ ਦੇ ਕੋਲ ਖੜੀ ਸੀ। ਨੈਕਸਟ ਕੁਐਸਚਨ ਵਟ ਵਾਜ਼ ਸ਼ੀ ਡੂਇੰਗ ਕਿ ਰਾਜਕੁਮਾਰੀ ਕੀ ਕਰ ਰਹੀ ਸੀ। ਆਨਸਰ ਸ਼ੀ ਵਾਜ਼ ਲੁਕਿੰਗ ਐਟ ਇਵਾਨ ਕਿ ਉਹ ਇਵਾਨ ਨੂੰ ਦੇਖ ਰਹੀ ਸੀ। 13 ਕੁਐਸਚਨ ਵਟ ਹੈਪਨਡ
when Yvonne fell into a hole. Happen means ਵਾਪਰਨਾ। ਕਹਿੰਦੇ ਕੀ ਵਾਪਰਿਆ ਜਦੋਂ ਇਵੋਨ ਮੋਰੇ ਵਿੱਚ ਡਿੱਗ ਗਿਆ। fell means ਡਿੱਗ ਜਾਣਾ। Answer, Yvonne shouted for help and fish, mouse and grasshopper appeared to help him। ਕਿ ਇਹ ਜਿਹੜਾ ਇਵੋਨ ਸੀ ਉਹ ਮਦਦ ਵਾਸਤੇ ਚਿਲਾਇਆ। shouted means ਚਿਲਾਣਾ। ਅਤੇ ਮੱਛੀ, ਚੂਹਾ ਅਤੇ ਟਿੱਡਾ ਸਾਰੇ ਉਹਦੀ ਮਦਦ ਵਾਸਤੇ ਆ ਗਏ। ਠੀਕ ਹੈ। ਕੁਐਸਚਨ ਨੰਬਰ 14, why did she start laughing? ਕਿ ਰਾਜਕੁਮਾਰੀ ਕਿਉਂ ਹੱਸਣ ਲੱਗ ਪਈ? ਆਨਸਰ ਹੈ she start laughing because it was the funniest thing she had ever seen। ਉਹ ਇਸ ਕਰਕੇ ਹੱਸੀ ਕਿਉਂਕਿ ਇਹ ਬਹੁਤ ਹੀ ਮਜ਼ੇਦਾਰ ਚੀਜ਼ ਸੀ ਜੋ ਉਸਨੇ ਕਦੀ ਪਹਿਲਾਂ ਨਹੀਂ ਸੀ ਦੇਖੀ। ਠੀਕ ਹੈ। ਕੁਐਸਚਨ ਨੰਬਰ 15, what did the king do? ਰਾਜੇ ਨੇ ਕੀ ਕੀਤਾ? ਆਨਸਰ is the king kept his promise and princess was getting married with Yvonne। ਕਿ ਜਿਹੜਾ ਰਾਜਾ ਸੀ ਉਸਨੇ ਆਪਣੇ ਪ੍ਰੋਮਿਸ ਨੂੰ ਯਾਦ ਰੱਖਿਆ ਅਤੇ ਰਾਜਕੁਮਾਰੀ ਦਾ ਵਿਆਹ ਇਵੋਨ ਨਾਲ ਕਰ ਦਿੱਤਾ। ਇਹਦੇ ਨਾਲ ਸਾਡੀ ਐਕਸਰਸਾਈਜ਼ ਨੰਬਰ 3 ਖਤਮ ਹੁੰਦੀ ਹੈ। ਐਕਟੀਵਿਟੀ ਨੰਬਰ 4, ਸਿਲੈਕਟ ਦਾ ਕਰੈਕਟ ਆਪਸ਼ਨ ਐਂਡ ਫਿਲ ਇਟ ਇਨ ਦਾ ਗਿਵਨ ਬਲੈਂਕਸ। ਕਿ ਜਿਹੜੀਆਂ ਸਹੀ ਆਪਸ਼ਨ ਹੈ ਉਹਨਾਂ ਨੂੰ ਸਿਲੈਕਟ ਕਰੋ ਅਤੇ ਜਿਹੜੇ ਬਾਕਸਿਸ ਦਿੱਤੇ ਹੋਏ ਆ ਉਹਨਾਂ ਵਿੱਚ ਲਿਖੋ। ਪਹਿਲਾ, ਪ੍ਰਿੰਸੈਸ ਤਾਨੀਆ ਵਾਜ਼ ਏ ਪ੍ਰੀਟੀ ਗਰਲ ਬਟ ਸ਼ੀ ਡਿਡ ਨਾਟ। ਜਿਹੜੀ ਰਾਜਕੁਮਾਰੀ ਤਾਨੀਆ ਸੀ ਉਹ ਬੜੀ ਖੂਬਸੂਰਤ ਸੀ ਪਰ ਉਹ ਡਿਡ ਨਾਟ ਕੀ ਨਹੀਂ ਕਰ ਸਕਦੀ? ਹੱਸ ਨਹੀਂ ਸੀ ਸਕਦੀ। ਠੀਕ ਹੈ। ਇੱਥੇ ਆਏਗਾ ਆਪਸ਼ਨ ਏ ਨੂੰ ਟਿਕ ਕਰੋ ਔਰ ਫਿਲ ਕਰੋ ਸਮਾਈਲ। ਸਮਾਈਲ ਮੀਨਸ ਹੱਸਣਾ। ਸੈਕਿੰਡ ਵਨ, ਦ ਕਿੰਗ ਕਾਲਡ ਡੈਸ਼ ਟੂ ਅਮਿਊਜ਼ ਹਰ। ਕਿ ਰਾਜੇ ਨੇ ਕਿਸ ਨੂੰ ਬੁਲਾਇਆ ਉਸਦਾ ਮਨੋਰੰਜਨ ਕਰਨ ਵਾਸਤੇ? ਆਪਸ਼ਨ ਏ ਨੂੰ ਟਿਕ ਕਰੋ ਅਤੇ ਲਿਖੋ ਵਿੱਚ ਏ ਮੈਜੀਸ਼ੀਅਨ। ਦ ਕਿੰਗ ਕਾਲਡ ਏ ਮੈਜੀਸ਼ੀਅਨ ਟੂ ਅਮਿਊਜ਼ ਹਰ। ਥਰਡ ਵਨ, ਦ ਫਾਰਮਰ ਗੇਵ ਇਵੋਨ 3 ਡੈਸ਼ ਕੋਇਨਸ। ਕਿ ਜਿਹੜਾ ਕਿਸਾਨ ਸੀ ਉਸਨੇ ਇਵੋਨ ਨੂੰ ਮੀਨਸ ਕਿ ਡੈਸ਼ ਸਿੱਕੇ ਦਿੱਤੇ। ਕਿੰਨੇ ਸਿੱਕੇ ਦਿੱਤੇ ਸੀਗੇ? ਕਾਹਦੇ ਸਿੱਕੇ ਦਿੱਤੇ ਸੀਗੇ? ਗੋਲਡ ਦੇ। ਸੀ ਆਪਸ਼ਨ ਨੂੰ ਟਿਕ ਕਰੋ। ਦ ਫਾਰਮਰ ਗਿਵ ਇਵੋਨ 3 ਗੋਲਡਸ ਕੋਇਨ। ਫੋਰਥ ਵਨ, ਇਵੋਨ ਮੈਟ ਏ ਡੈਸ਼ ਫਸਟ ਆਫ ਆਲ। ਕਿ ਇਵੋਨ ਸਭ ਤੋਂ ਪਹਿਲੇ ਕਿਸ ਨੂੰ ਮਿਲਿਆ? ਤਾਂ ਬੀ ਆਪਸ਼ਨ ਨੂੰ ਟਿਕ ਕਰੋ ਫਿਸ਼। ਇਵੋਨ ਮੈਟ ਏ ਫਿਸ਼ ਫਸਟ ਐਟ ਆਫ ਆਲ। ਫਿਫਥ ਵਨ, ਇਵੋਨ ਗਿਵ ਡੈਸ਼ ਟੂ ਦਾ ਮਾਊਸ। ਇਵੋਨ ਨੇ ਮਾਊਸ ਨੂੰ ਕੀ ਦਿੱਤਾ? ਆਪਸ਼ਨ ਏ 1 coin। ਇਵੋਨ ਗਿਵ 1 coin ਟੂ ਦਾ ਮਾਊਸ। ਸਿਕਸ ਵਨ, ਦ ਪ੍ਰਿੰਸੈਸ ਵਾਜ਼ ਸਟੈਂਡਿੰਗ ਬਾਈ ਹਰ। ਜਿਹੜੀ ਰਾਜਕੁਮਾਰੀ ਸੀ ਉਹ ਕਿੱਥੇ ਖੜੀ ਸੀਗੀ? ਆਪਸ਼ਨ ਏ ਨੂੰ ਟਿਕ ਕਰੋ ਵਿੰਡੋ। ਦ ਪ੍ਰਿੰਸੈਸ ਵਾਜ਼ ਸਟੈਂਡਿੰਗ ਬਾਈ ਹਰ ਵਿੰਡੋ। ਸੈਵਨਥ, ਇਵੋਨ ਫੈਲ ਇਨਟੂ ਏ। ਇਵੋਨ ਕਿਹਦੇ ਵਿੱਚ ਡਿੱਗ ਗਿਆ? ਰਿਵਰ 'ਚ, ਲੇਕ 'ਚ ਜਾਂ ਹੋਲ ਦੇ ਵਿੱਚ। ਅਤੇ ਸੀ ਆਪਸ਼ਨ ਨੂੰ ਟਿਕ ਕਰੋ ਇਵੋਨ ਫੈਲ ਇਨਟੂ ਏ ਹੋਲ। ਇਵੋਨ ਇੱਕ ਮੋਰੇ ਵਿੱਚ ਡਿੱਗ ਗਿਆ। ਦ ਪ੍ਰਿੰਸੈਸ ਲਾਫਡ ਔਨ ਸੀਇੰਗ ਦ ਸਮਾਲ ਐਨੀਮਲਸ ਦੈਟ ਦ ਫਿਸ਼, ਦ ਮਾਊਸ ਐਂਡ ਦ ਗ੍ਰਾਸਹੋਪਰ ਟਰਾਈ ਟੂ ਡੈਸ਼ ਇਵੋਨ ਟੂ ਸੇਵ ਹਿਮ। ਇਹਦੇ ਵਿੱਚ ਆਏਗਾ ਪੁੱਲ ਅਪ। ਜਿਹੜੀ ਰਾਜਕੁਮਾਰੀ ਸੀ ਉਹ ਜਿਹੜੇ ਛੋਟੇ ਛੋਟੇ ਐਨੀਮਲਸ ਨੂੰ ਦੇਖ ਕੇ ਹੱਸ ਪਈ ਕਿ ਉਹ ਸਾਰੇ ਜਾਣੇ ਇਵੋਨ ਨੂੰ ਬਚਾਉਣ ਵਾਸਤੇ ਉੱਪਰ ਨੂੰ ਖਿੱਚ ਰਹੇ ਨੇ। ਦ ਪ੍ਰਿੰਸੈਸ ਲਾਫਡ ਔਨ ਸੀਇੰਗ ਦ ਸਮਾਲ ਐਨੀਮਲਸ ਪੁੱਲ ਅਪ ਦ ਫਿਸ਼, ਦ ਮਾਊਸ ਐਂਡ ਦ ਗ੍ਰੇਟ ਗ੍ਰਾਸਹੋਪਰ ਟਰਾਈ ਟੂ ਪੁੱਲ ਅਪ ਇਵੋਨ ਟੂ ਸੇਵ ਹਿਮ। ਠੀਕ ਹੈ।
ਨੈਕਸਟ ਹੈ ਲਰਨਿੰਗ ਲੈਂਗੁਏਜ। ਇਹਦੇ ਵਿੱਚ ਹੈ ਟੈਂਸਿਸ ਪੜ੍ਹਦੇ ਹਾਂ ਅਸੀਂ ਸਾਰੇ। ਐਜ਼ ਯੂ ਅੰਡਰਸਟੈਂਡ ਦ ਵਰਬ ਆਰ ਇੰਪੋਰਟੈਂਟ ਪਾਰਟ ਆਫ ਸੈਂਟੈਂਸਿਸ, ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਵਰਬ ਹੈ, ਠੀਕ ਹੈ ਨਾ, ਉਹ ਵਾਕ ਵਿੱਚ ਬੜੀ ਹੀ ਮਹੱਤਵਪੂਰਨ ਹੈ। ਵਰਬਸ ਟੈਲ ਅਸ ਦਾ ਟਾਈਮ ਆਫ ਐਕਸ਼ਨ। ਵਰਬ ਸਾਨੂੰ ਕੀ ਦੱਸਦੀ ਹੈ ਕਿ ਕਿਹੜਾ ਟਾਈਮ ਹੋ ਰਿਹਾ ਹੈ। You are already familiar with simple present tense and the simple past tense. Now read the following. ਕਹਿੰਦਾ ਕਿ ਤੁਸੀਂ ਪਹਿਲੇ ਵੀ ਸਿੰਪਲ ਜਿਹੜੇ ਪ੍ਰੈਜ਼ੈਂਟ ਟੈਂਸ ਹੈ ਜਾਂ ਸਿੰਪਲ ਪਾਸਟ ਟੈਂਸ ਹੈ ਉਹਨਾਂ ਨੂੰ ਪੜ੍ਹਿਆ ਹੋਇਆ ਵਾ, ਠੀਕ ਹੈ ਨਾ। ਜਿਸ ਤਰ੍ਹਾਂ ਨਾਓ ਡੇਜ਼ ਦਾ ਵਾਟਰ ਇਜ਼ ਗੈਟਿੰਗ ਡਰਟੀ, ਕਿ ਅੱਜ ਕੱਲ੍ਹ ਜਿਹੜਾ ਪਾਣੀ ਆ ਉਹ ਗੰਦਾ ਹੁੰਦਾ ਜਾ ਰਿਹਾ ਹੈ। ਨਾਓ ਡੇਜ਼ ਫੂਡ ਇਜ਼ ਬਿਕਮਿੰਗ ਸਕਾਰਸ, ਕਿ ਅੱਜ ਦੇ ਦਿਨ ਦੇ ਵਿੱਚ ਜਿਹੜਾ ਭੋਜਨ ਹੈ ਉਹ ਕੀ ਆ, ਖਰਾਬ ਹੁੰਦਾ ਜਾ ਰਿਹਾ ਹੈ। ਨਾਓ ਡੇਜ਼ ਇਟ ਇਜ਼ ਗੈਟਿੰਗ ਵੈਰੀ ਹੌਟ, ਕਿ ਅੱਜ ਕੱਲ੍ਹ ਜਿਹੜੀ ਬਹੁਤ ਗਰਮੀ ਹੁੰਦੀ ਜਾ ਰਹੀ ਹੈ। ਆਈ ਐਮ ਗੋਇੰਗ ਟੂ ਮੀਟ ਦਾ ਪ੍ਰਿੰਸਿਸ, ਕਿ ਮੈਂ ਰਾਜਕੁਮਾਰੀ ਨੂੰ ਮਿਲਣ ਜਾ ਰਿਹਾ ਹਾਂ। ਡੂ ਯੂ ਸੀ ਹੈਵ the action words such as acting, becoming, going being used in these first forms. Now, is the action happening currently? Yes, it is happening in the present. Is the action continuous? Yes, it is. We are using ing word to show that the action is happening. The helping verb is am are with ing verb from getting becoming help to show that the action is happening in the sentence and is continuing sentence of the present continuous sentence have the following format. ਬੱਚਿਓ ਇਹਦੇ ਵਿੱਚ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਬਾਰੇ ਦੱਸਿਆ ਹੋਇਆ ਹੈ ਕਿ ਜਿਹੜੀ ਵਰਬ ਦੇ ਨਾਲ ਹੈਲਪਿੰਗ ਵਰਬ ਕਿਹੜੀ ਲੱਗਦੀ ਹੈ, ਇਜ਼, ਐਮ, ਆਰ, ਠੀਕ ਹੈ ਨਾ। ਇਹਦੇ ਨਾਲ ਜਿਹੜੀ ਵਰਬ ਹੈ ਸਾਡੀ, ਠੀਕ ਹੈ ਨਾ, ਜਿਸ ਤਰ੍ਹਾਂ ਇਹਦੇ ਵਿੱਚ ਵਰਬ ਹੈ ਗੈਟ, ਉਹਦੇ ਨਾਲ ਲੱਗ ਜਾਂਦਾ ing। ਜਿਹੜੀ ਵਰਬ ਦੇ ਨਾਲ ਅਸੀਂ ਕੀ ਲਗਾਵਾਂਗੇ, ing। ਅਤੇ ਹੈਲਪਿੰਗ ਵਰਬਸ ਕਿਹੜੀਆਂ ਆਉਣਗੀਆਂ ਸਾਡੀਆਂ, ਇਜ਼, ਐਮ, ਆਰ। ਜਿਸ ਲਈ ਵੀ ਮੀਨਸ ਕਿ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੀ ਗੱਲ ਹੋ ਰਹੀ ਹੈ ਅਤੇ ਅਸੀਂ ਜਿਹੜੀ ਹੈਲਪਿੰਗ ਵਰਬ ਯੂਜ਼ ਕਰਾਂਗੇ ਇਜ਼, ਐਮ, ਆਰ, ਅਤੇ ਜਿਹੜੀ ਸਾਡੀ ਮੇਨ ਵਰਬ ਹੈ ਉਹਦੇ ਨਾਲ ਅਸੀਂ ਲਗਾ ਦਾਂਗੇ ing, ਠੀਕ ਹੈ। ਅਤੇ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਜਿੱਥੇ ਇਫਰਮੇਟਿਵਸ ਮੀਨਸ ਕਿ ਗੱਲ ਹੋਏਗੀ ਉੱਥੇ ਅਸੀਂ ਆਈ ਦੇ ਨਾਲ ਯੂਜ਼ ਕਰਾਂਗੇ ਐਮ, ਠੀਕ ਹੈ ਨਾ। ਜਦੋਂ ਅਸੀਂ ਸੈਂਟੈਂਸ ਬਣਾਵਾਂਗੇ, ਅਗਰ ਅਸੀਂ ਆਪਣੇ ਬਾਰੇ ਗੱਲ ਕਰ ਰਹੇ ਹਾਂ, ਜਿਸ ਤਰ੍ਹਾਂ ਕਿ ਮੈਂ ਖਾਣਾ ਖਾ ਰਹੀ ਹਾਂ, ਆਈ ਐਮ ਈਟਿੰਗ ਫੂਡ, ਠੀਕ ਹੈ, ਉਹਦੇ ਨਾਲ ਐਮ ਲੱਗੇਗਾ। ਔਰ ਜਿਹੜੇ ਹੀ, ਸ਼ੀ, ਇਟ ਜਿਹੜੇ ਸਿੰਗੂਲਰ ਨਾਊਨਸ ਹੈ ਇਹਨਾਂ ਸਾਰਿਆਂ ਦੇ ਨਾਲ ਇਜ਼ ਯੂਜ਼ ਹੋਵੇਗਾ। ਔਰ ਵੀ, ਯੂ, ਦੇ ਜਿਹੜੇ ਕਿ ਦੂਸਰੀ ਪਾਰਟੀ ਦੇ ਬੰਦੇ ਆ ਉਹਨਾਂ ਦੇ ਨਾਲ ਆਰ ਯੂਜ਼ ਹੋਏਗਾ, ਠੀਕ ਹੈ ਨਾ। ਜਿਹੜੇ ਪਲੂਰਲ ਆ ਜਾਂਦੇ ਆ ਜਿਵੇਂ ਵੀ, ਅਸੀਂ, ਤੁਸੀਂ, ਉਹ, ਇਹਨਾਂ ਦੇ ਨਾਲ ਆਰ ਦੀ ਯੂਜ਼ ਹੋਏਗਾ। ਅਤੇ ਰੂਲ ਕਿਹੜਾ ਹੈ, ing, ਅਤੇ ਹੈਲਪਿੰਗ ਵਰਬ ਕਿਹੜੀ ਆ ਜਾਂਦੀ ਹੈ, ਐਮ, ਇਜ਼, ਆਰ। ਆਈ ਦੇ ਨਾਲ ਐਮ, ਹੀ, ਸ਼ੀ, ਇਟ ਦੇ ਨਾਲ ਇਜ਼, ਵੀ, ਯੂ, ਦੇ ਨਾਲ ਆਰ ਯੂਜ਼ ਹੋਵੇਗਾ। ਜਦੋਂ ਵੀ ਸੈਂਟੈਂਸ ਬਣਾਵਾਂਗੇ ਇਹ ਤਿੰਨ ਗੱਲਾਂ ਨੂੰ ਜ਼ਰੂਰ ਆਪਣੇ ਦਿਮਾਗ ਵਿੱਚ ਰੱਖਿਓ। ਅਤੇ ਨੈਗੇਟਿਵ ਦਾ ਕੀ ਰੂਲ ਹੈ, ਆਈ ਦੇ ਨਾਲ ਕੀ ਲੱਗ ਜਾਏਗਾ, ਐਮ ਨੋਟ, ਹੀ, ਸ਼ੀ ਦੇ ਨਾਲ ਕੀ ਲੱਗ ਜਾਏਗਾ, ਇਜ਼ ਨੋਟ, ਔਰ ਵੀ, ਦੇ, ਯੂ ਦੇ ਨਾਲ ਲੱਗ ਜਾਏਗਾ ਆਰ ਨੋਟ, ਠੀਕ ਹੈ ਨਾ। ਪਿੱਛੇ ਨੋਟ ਲੱਗ ਜਾਏਗਾ ਔਰ ਬਾਕੀ ਸਾਰਾ ਸੈਂਟੈਂਸ ਉਸ ਤਰ੍ਹਾਂ ਹੀ ਰਹੇਗਾ। ਹੈਲਪਿੰਗ ਵਰਬ ਦੇ ਨਾਲ ਨੋਟ ਲਗਾਵਾਂਗੇ ਅਤੇ ਜਿਹੜੀ ਸਾਡੀ ਮੇਨ ਵਰਬ ਹੈ ਉਹਦੇ ਨਾਲ ing ਲਗਾਵਾਂਗੇ, ਜਿੱਥੇ ਅਸੀਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਬਣਾਵਾਂਗੇ, ਠੀਕ ਹੈ। ਹੁਣ ਅਸੀਂ ਇਹਦੇ ਨਾਲ ਹੀ ਰਿਲੇਟਡ ਐਕਟੀਵਿਟੀ ਨੰਬਰ 5 ਦੇਖਦੇ ਹਾਂ। ਜਿਸ ਤਰ੍ਹਾਂ ਮਾਈ ਟੀਚਰ ਡੈਸ਼ ਔਨ ਦਾ ਫੋਨ ਰਾਈਟ ਨਾਓ, ਠੀਕ ਹੈ ਨਾ। ਇਹਦੇ ਵਿੱਚ ਸਾਨੂੰ ਵਰਬ ਦਿੱਤੀ ਹੋਈ ਹੈ ਸਿਰਫ ਟਾਕ, ਅਸੀਂ ਇਹਨੂੰ ਪ੍ਰੈਜ਼ੈਂਟ ਕੰਟੀਨਿਊਸ ਸੈਂਟੈਂਸ ਦੇ ਵਿੱਚ ਚੇਂਜ ਕਰਨਾ ਵਾ, ਠੀਕ ਹੈ ਨਾ। ਇਹਦਾ ਸਿੰਪਲ ਜਿਹਾ ਰੂਲ ਅਗਰ ਤੁਹਾਨੂੰ ਦਿੱਤਾ ਹੋਏਗਾ, ਤੁਸੀਂ ਕੀ ਕਰਨਾ ਹੈਗਾ ਵਾ, ਜਿਹੜੀ ਸਾਨੂੰ ਵਰਬ ਦਿੱਤੀ ਹੈ ਵਰਬ ਦੇ ਨਾਲ ਤੁਸੀਂ ਸਿਰਫ ing ਯੂਜ਼ ਕਰਨਾ ਵਾ, ਅਤੇ ਹੈਲਪਿੰਗ ਵਰਬ ਤੁਸੀਂ ਦੇਖ ਕੇ ਯੂਜ਼ ਕਰਨੀ ਆ ਕਿ ਉੱਥੇ ਆਈ ਹੈ ਜਾਂ ਹੀ, ਸ਼ੀ, ਇਟ ਹੈ ਨਾ, ਉਹਦੇ ਹਿਸਾਬ ਨਾਲ ਹੈਲਪਿੰਗ ਵਰਬ ਯੂਜ਼ ਕਰਾਂਗੇ। ਅਤੇ ਚਲੋ ਸ਼ੁਰੂ ਕਰਦੇ ਹਾਂ ਇਹਨੂੰ ਕਰਨਾ। ਮਾਈ ਟੀਚਰ ਇਜ਼ ਟੋਕਿੰਗ, ਟੋਕ ਦਾ ਕੀ ਬਣ ਜਾਏਗਾ, ਟੋਕਿੰਗ, ਅਤੇ ਇਜ਼ ਕਿਉਂ ਲੱਗਾ, ਕਿਉਂਕਿ ਮਾਈ ਟੀਚਰ ਮੇਰੀ ਟੀਚਰ ਦੀ ਗੱਲ ਕੀਤੀ ਗਈ ਹੈ, ਠੀਕ ਹੈ ਨਾ। ਇਹ ਸਿੰਗੂਲਰ ਵਾਲਾ ਅਤੇ ਲੱਗ ਜਾਏਗਾ ਪਿੱਛੇ ing ਲੱਗ ਜਾਏਗਾ ਟੋਕ ਦੇ ਨਾਲ, ਠੀਕ ਹੈ ਨਾ।
कि मेरी ਜਿਹੜੀ ਅਧਿਆਪਿਕਾ ਹੈ ਉਹ फ़ोन ਤੇ ਗੱਲ ਕਰ ਰਹੀ ਹੈ। ਨੈਕਸਟ ਹੈ ਡੈਸ਼ ਯੂ ਡੈਸ਼ ਤੇ ਹੈਲਪਿੰਗ ਮੇਨ ਵਰਬ ਦਿੱਤੀ ਹੈ ਡਾਂਸ, ਇਹਦਾ ਬਣ ਜਾਏਗਾ ਆਰ ਯੂ ਡਾਂਸਿੰਗ। थर्ड वन आ जाएगा चीकू डैश हिज होमवर्क एट द मोमेंट, ਇਹਦਾ बन जाएगा चीकू इज़ डूइंग, डू ਦਾ ਲੱਗ ਜਾਏਗਾ डूइंग हिज होमवर्क एट द मोमेंट। फोर्थ वन शांति ਤੇ वर्ब ਦਿੱਤੀ ਹੋਈ ਹੈ वर्क, शांति इज़ वर्किंग ऑन ए प्रोजेक्ट नाउ डेज। फिफ्थ वन माई किड्स, ਇੱਥੇ ਜ਼ਿਆਦਾ ਜਾਣੇ ਆ, ਇੱਕ ਦੀ ਗੱਲ ਨਹੀਂ ਕੀਤੀ ਹੋਈ ਤੇ ਲਗਾਵਾਂਗੇ ਆਰ, ਮਾਈ ਕਿਡਸ ਆਰ ਪਲੇਇੰਗ ਇਨ ਦਾ ਗਾਰਡਨ। ਸਿਕਸ वन ਸਮ ਪੀਪਲ, ਹੁਣ ਇੱਥੇ ਕੁਛ ਲੋਕਾਂ ਦੀ ਗੱਲ ਕੀਤੀ ਹੈ, ਮੀਨਸ ਕਿ ਇਕੱਲੇ ਦੀ ਨਹੀਂ ਹੋਈ ਗੱਲ, ਉੱਥੇ ਵੀ ਆਰ ਹੀ ਯੂਜ਼ ਹੋਵੇਗਾ। ਸਮ ਪੀਪਲ ਆਰ ਵੇਟਿੰਗ ਟੂ ਟੋਕ ਟੂ ਯੂ, ਕਿ ਕੁਛ ਲੋਕ ਤੁਹਾਡੇ ਨਾਲ ਗੱਲ ਕਰਨ ਵਾਸਤੇ ਉਡੀਕ ਰਹੇ ਹਨ। ਆਈ ਐਮ, ਇੱਥੇ ਸਾਡੇ ਕੋਲ ਨੋਟ ਗੋਇੰਗ ਲਿਖਿਆ ਹੋਇਆ ਹੈ ਨਾ, ਇਹਦਾ ਬਣ ਜਾਏਗਾ ਆਈ ਦੇ ਨਾਲ ਲਗਾਵਾਂਗੇ ਐਮ, ਆਈ ਐਮ ਨੋਟ ਗੋਇੰਗ ਫॉर ए वॉक टुडे, कि मैं ਅੱਜ ਸੈਰ ਕਰਨ ਨਹੀਂ ਜਾਵਾਂਗਾ। ਨੈਕਸਟ ਡੈਸ਼ ਲੀਨਾ ਸਟੱਡੀ ਵਰਬ ਦਿੱਤੀ ਹੋਈ ਹੈ ਡੈਸ਼ ਫॉर इन एग्ज़ाम राइट नाउ, ਇਹਦਾ ਆ ਜਾਏਗਾ ਇਜ਼ ਲੀਨਾ ਸਟੱਡਿੰਗ ਫॉर हिज एग्ज़ाम राइट नाउ, ਕਿ ਲੀਨਾ ਜਿਹੜੀ ਹੈ ਕਿ ਉਹ ਆਪਣੇ एग्ज़ाम ਵਾਸਤੇ ਪੜ੍ਹ ਰਹੀ ਹੈ। ਨੈਕਸਟ ਡੈਸ਼ ਉਮਾ ਡੈਸ਼ ਦਾ ਪਿਆਨੋ ਨਾਓ, ਇਜ਼ ਉਮਾ ਪਲੇਇੰਗ ਦਾ ਪਿਆਨੋ ਨਾਓ। 10th वन ਮੋਹਨ ਐਂਡ ਆਈ ਡੈਸ਼ ਦਾ ਫੈਂਸ ਟੂਡੇ, ਇਹਦਾ ਆਏਗਾ ਮੋਹਨ ਐਂਡ ਆਈ ਆਰ ਪੇਂਟਿੰਗ ਦਾ ਫੈਂਸ ਟੂਡੇ। ਇੱਥੇ ਦੋ ਬੰਦਿਆਂ ਦੀ ਗੱਲ ਹੈ, ਮੋਹਨ ਦੀ ਅਤੇ ਮੇਰੀ, ਇੱਥੇ ਅਸੀਂ ਆਰ ਯੂਜ਼ ਕਰਾਂਗੇ। ਨੈਕਸਟ ਹੈ ਅਮਿਤਾ, ਅਮਿਤਾ ਇਕੱਲੀ ਹੈ, ਉਹਦੇ ਨਾਲ ਇਜ਼ ਯੂਜ਼ ਹੋਵੇਗਾ, ਅਮਿਤਾ ਇਜ਼ ਹੈਲਪਿੰਗ ਮੀ ਐਟ ਪ੍ਰੈਜ਼ੈਂਟ। 12th ਮਾਈ ਚਿਲਡਰਨ ਡੈਸ਼ ਨੋਟ ਲਿਸਨ ਟੂ ਦਾ ਰੇਡੀਓ ਨਾਓ, ਇਹਦਾ ਆ ਜਾਏਗਾ ਮਾਈ ਚਿਲਡਰਨ ਆਰ ਨੋਟ ਲਿਸਨਿੰਗ ਟੂ ਦਾ ਰੇਡੀਓ ਨਾਓ। 13 ਨੰਬਰ ਸਾਇਰਾ ਡੈਸ਼ ਨੋਟ ਡਰਿੰਕ ਟੀ ਨਾਓ, ਇਹਦਾ ਆ ਜਾਏਗਾ ਸਾਇਰਾ ਇਜ਼ ਨੋਟ ਡਰਿੰਕਿੰਗ ਟੀ ਨਾਓ। ਬੱਚੋ ਜਦੋਂ ਵੀ ਕਿਸੇ ਦਾ ਨਾਮ ਆਏਗਾ ਉਹਦੇ ਨਾਲ ਤੁਸੀਂ ਇਜ਼ ਹੀ ਯੂਜ਼ ਕਰਨਾ ਹੈ। 14 ਨੰਬਰ ਆਈ ਡੈਸ਼ ਵੈਕਿਊਮ ਦਾ ਕਾਰਪੇਟ ਰਾਈਟ ਨਾਓ, ਆਈ ਹੈ, ਆਈ ਦੇ ਨਾਲ ਵੀ ਐਮ ਯੂਜ਼ ਕਰਾਂਗੇ, ਆਈ ਐਮ ਵੈਕਿਊਮਿੰਗ ਦਾ ਕਾਰਪੇਟ ਰਾਈਟ ਨਾਓ। 15 ਨੰਬਰ ਮਾਈ ਫਾਦਰ ਡੈਸ਼ ਵਾਚਿੰਗ ਟੀ ਨਾਓ, ਮਾਈ ਫਾਦਰ ਇਜ਼ ਵਾਚਿੰਗ ਟੀ ਨਾਓ। ਠੀਕ ਹੈ, ਤਾਂ ਬੱਚਿਓ ਮੇਨ ਜਿਹੜੀ ਤੁਸੀਂ ਧਿਆਨ 'ਚ ਗੱਲ ਰੱਖਣੀ ਆ ਕਿ ਜਿੱਥੇ ਮੇਰੀ ਗੱਲ ਹੋ ਰਹੀ ਹੈ ਮੀਨਸ ਕਿ ਆਈ ਦੀ ਗੱਲ ਹੋ ਰਹੀ ਹੈ ਉੱਥੇ ਵੀ ਅਸੀਂ ਯੂਜ਼ ਕਰਾਂਗੇ ਐਮ, ਜਿੱਥੇ ਦੋ ਬੰਦਿਆਂ ਦੀ ਗੱਲ ਹੋ ਰਹੀ ਹੈ ਉੱਥੇ ਅਸੀਂ ਯੂਜ਼ ਕਰਾਂਗੇ ਆਰ ਯੂਜ਼ ਕਰਾਂਗੇ। ਠੀਕ ਹੈ, ਇਹ ਗੱਲ ਨੂੰ ਜ਼ਰੂਰ ਯਾਦ ਦੇ ਵਿੱਚ ਰੱਖਿਓ, ਅਤੇ ਜਿਹੜੀ ਵਰਬ ਹੈ ਉਹਦੇ ਨਾਲ ਆਈ ਐਨ ਜੀ ਲਗਾਵਾਂਗੇ। ਠੀਕ ਹੈ। 16 ਨੰਬਰ ਵਟ ਡੈਸ਼ ਸ਼ੀ ਡੈਸ਼ ਰਾਈਟ ਨਾਓ, ਵਟ ਇਜ਼ ਸ਼ੀ ਈਟਿੰਗ ਰਾਈਟ ਨਾਓ। 17 ਡੈਸ਼ ਯੂਰ ਡੋਗ ਡੈਸ਼ ਫਰੋਮ me, is your dog hiding from me। 18 number which book dash you dash read nowadays, which book are you reading nowadays। 19 Thomas dash drive me home now, Thomas is driving me home now। ठीक है। 20 I dash wash my hands at the moment, I am washing my hands at the moments। Activity number 6 supply the suitable form of verbs given in the brackets, the first one is done for you। ਬੱਚੋ ਅਸੀਂ ਹੁਣ ਪਹਿਲੇ ਕੀਤਾ ਸੀਗਾ ਪ੍ਰੈਜ਼ੈਂਟ ਕੰਟੀਨਿਊਸ, ਹੁਣ ਅਸੀਂ ਕਰਾਂਗੇ ਪਾਸਟ ਕੰਟੀਨਿਊਸ। ਪਾਸਟ ਕੰਟੀਨਿਊਸ ਦਾ ਕੀ ਰੂਲ ਹੈ, ਸੇਮ ਉਹਦੇ ਵਾਂਗੂ ਹੀ ਆ, ਜਿੱਥੇ ਇਜ਼ ਐਮ ਆ ਰਿਹਾ ਇੱਥੇ ਪਾਸਟ ਦੀ ਗੱਲ ਹੋ ਰਹੀ ਹੈ ਅਤੇ ਵਾਜ਼ਵਰ ਲੱਗੇਗਾ। ਠੀਕ ਹੈ ਨਾ, ਵਾਜ਼ਵਰ ਯੂਜ਼ ਕਰਾਂਗੇ, ਅਤੇ ਜਿੱਥੇ ਇੱਥੇ ਆਪਾਂ ਆਈ ਹੀ ਸ਼ੀ ਦੇ ਨਾਲ ਵਾਜ਼ ਯੂਜ਼ ਕਰਾਂਗੇ, ਵੀ ਯੂ ਦੇ ਨਾਲ ਵਰ ਨੂੰ ਯੂਜ਼ ਕਰਾਂਗੇ। ਠੀਕ ਹੈ ਨਾ, ਔਰ ਨੈਗੇਟਿਵ ਦੇ ਵਿੱਚ
आई ही शी ਦੇ ਨਾਲ was not ਔਰ we you ਦੇ ਨਾਲ were not यूज़ ਕਰਾਂਗੇ ਤੇ ਬਾਕੀ ਸੇਮ ਹੀ ਹੈ। ਤੇ ਚਲੋ ਕਰਦੇ ਹਾਂ ਫਸਟ ਵਨ I was shopping when you called। Second one, students dash happily when I reached the class। students ਹੈ ज़्यादा ਵਾ ਤੇ ਅਸੀਂ were ਨੂੰ यूज़ ਕਰਾਂਗੇ। students were playing happily when I reached the class ਕਿ ਬੱਚੇ ਬੜੇ ਖੁਸ਼ੀ ਨਾਲ ਖੇਲ ਰਹੇ ਸੀ ਜਦੋਂ ਮੈਂ ਕਲਾਸ ਵਿੱਚ ਗਿਆ। I told him that but he did not hear me as he dash watched the news। ਇੱਥੇ ਕੀ ਹੈ ਹੀ ਹੈ ਹੀ ਦੇ ਨਾਲ ਆਪਾਂ ਕੀ ਯੂਜ਼ ਕਰਦੇ ਹਾਂ ਵਾਸ ਠੀਕ ਹੈ। ਮੈਂ ਉਸਨੂੰ ਕਿਹਾ ਪਰ ਉਸਨੇ ਨਹੀਂ ਸੁਣਿਆ ਉਹ ਟੀਵੀ ਵੇਖ ਰਿਹਾ ਸੀ। ਸ਼ੀਲਾ ਐਂਡ Kyati dash in the office when the boss walked in। ਇਹਦਾ ਕੀ ਹੈ ਸ਼ੀਲਾ ਐਂਡ ਖਿਆਤੀ ਦੋ ਜਾਣੇ ਆ ਤੇ ਵਰ ਯੂਜ਼ ਹੋਵੇਗਾ ਕਿ ਸ਼ੀਲਾ ਐਂਡ ਖਿਆਤੀ were working in the office when the boss walked in। Fifth one, the night riders ज़्यादा जाने ਆ ਤੇ were यूज़ ਕਰਾਂਗੇ। the night riders were warm up ਦਾ ਬਣ ਜਾਏਗਾ warming up when the Mumbai Indians arrived at the stadiums। Sixth one, while Manish was praying Kiran bake a cake। ਇੱਥੇ ਕੀ ਹੈ ਮਨੀਸ਼ ਦੀ ਗੱਲ ਹੋ ਰਹੀ ਹੈ ਠੀਕ ਹੈ ਕਿ ਮਨੀਸ਼ ਜਦੋਂ ਪ੍ਰੇਅਰ ਕਰ ਰਿਹਾ ਸੀ ਤੇ ਕਿਰਨ ਨੇ ਕੀ ਕੀਤਾ ਕੇਕ ਨੂੰ ਬਣਾਇਆ। ਕਿਰਨ ਲੜਕੀ ਇੱਕੋ ਹੀ ਹੈ ਵਾਜ਼ ਯੂਜ਼ ਹੋਏਗਾ ਠੀਕ ਹੈ ਨਾ। ਵਾਈਲ ਮਨੀਸ਼ ਵਾਜ਼ ਪ੍ਰੇਇੰਗ ਕਿਰਨ ਵਾਜ਼ ਬੇਕਿੰਗ ਏ ਕੇਕ। ਸੈਵਨਥ ਵਨ ਆਈ ਡੈਸ਼ ਡਰਾਈਵ ਵੈਨ ਯੂ ਕੋਲਡ ਸੋ ਆਈ ਕੁਡ ਨਾਟ ਆਨਸਰ ਠੀਕ ਹੈ ਕਿ ਮੈਂ ਗੱਡੀ ਚਲਾ ਰਹੀ ਸੀ ਜਦੋਂ ਤੂੰ ਮੈਨੂੰ ਕਾਲ ਕੀਤੀ ਇਸ ਕਰਕੇ ਮੈਂ ਤੈਨੂੰ ਜਵਾਬ ਨਹੀਂ ਦਿੱਤਾ। ਇਹਦੇ ਆਏਗਾ ਆਈ ਹੈ ਆਈ ਦੇ ਨਾਲ ਵਾਜ਼ ਲਗਾਵਾਂਗੇ। ਆਈ ਵਾਜ਼ ਡਰਾਈਵਿੰਗ ਵੈਨ ਯੂ ਕੋਲਡ ਸੋ ਆਈ ਕੁਡ ਨਾਟ ਆਨਸਰ। ਏਟਥ ਵਨ ਆਈ ਸੋ ਮੀਨਾ ਯਸਟਰਡੇ ਵੈਨ ਸ਼ੀ ਡੈਸ਼ ਬਾਏ ਦ ਰਿਵਰ। ਆਈ ਸੋ ਮੀਨਾ ਯਸਟਰਡੇ ਵੈਨ ਸ਼ੀ ਵਾਜ਼ ਵਾਕਿੰਗ ਮੀਨਾ ਸ਼ੀ ਹੈ ਇੱਕੋ ਜਣਾ ਹੈ ਵਾਜ਼ ਲੱਗੇਗਾ ਤੇ ਫੋਰਮ ਨੂੰ ING ਵਿੱਚ ਕਨਵਰਟ ਕਰ ਦੇਵਾਂਗੇ। ਮਾਈ ਮਦਰ ਡੈਸ਼ ਕੁਕ ਐਂਡ ਮਾਈ ਫਾਦਰ ਡੈਸ਼ ਦਾ ਹਾਊਸ ਯਸਟਰਡੇ। ਮਾਈ ਮਦਰ ਵਾਜ਼ ਕੁਕਿੰਗ ਐਂਡ ਮਾਈ ਫਾਦਰ ਵਾਜ਼ ਡਸਟਿੰਗ ਦਾ ਹਾਊਸ ਟੂਡੇ। ਸ਼ਾਂਤੀ ਡੈਸ਼ ਬੋਇਲਿੰਗ ਮਿਲਕ ਵੈਨ ਰੀਟਾ ਕਮ ਕਿ ਜਿਹੜੀ ਸ਼ਾਂਤੀ ਸੀ ਉਹ ਦੁੱਧ ਨੂੰ ਉਬਾਲ ਰਹੀ ਸੀ ਜਦੋਂ ਰੀਤਾ ਆਈ। ਸ਼ਾਂਤੀ ਹੈ ਕੱਲੀ ਜਾਣੀ ਹੈ ਉਹਦੇ ਨਾਲ ਵਾਜ਼ ਲੱਗੇਗਾ ਔਰ ਵਰਬ ਦੇ ਨਾਲ ING ਲੱਗ ਜਾਵੇਗਾ ਠੀਕ ਹੈ। ਇਹਦੇ ਨਾਲ ਸਾਡੇ ਸੈਂਟੈਂਸਿਸ ਖਤਮ ਹੁੰਦੇ ਆ। ਪਾਸਟ ਕੰਟੀਨਿਊਸ ਕੀ ਰੂਲ ਸੀਗਾ ਕਿ ਇਹਦੇ ਵਿੱਚ ਅਸੀਂ ਵਾਜ਼ ਵਰ ਯੂਜ਼ ਕਰਦੇ ਹਾਂ ਤੇ ਵਰਬ ਦੇ ਪਿੱਛੇ ING ਯੂਜ਼ ਕਰਦੇ ਹਾਂ ਠੀਕ ਹੈ। ਹੀ ਸ਼ੀ ਇਟ ਦੇ ਨਾਲ ਅਸੀਂ ਕੀ ਯੂਜ਼ ਕਰਾਂਗੇ ਵਾਜ਼ ਨਾਟ ਵੀ ਯੂ ਦੇ ਨਾਲ ਵਰ ਨੋਟ ਯੂਜ਼ ਕਰਾਂਗੇ ਠੀਕ ਹੈ। ਐਕਟੀਵਿਟੀ ਨੰਬਰ 8 ਇਮੈਜਿਨ ਦੈਟ ਯੂ ਆਰ ਟਾਕਿੰਗ ਟੂ ਯੂਅਰ ਫਰੈਂਡ ਔਨ ਦਾ ਫੋਨ ਕਿ ਤੁਹਾਨੂੰ ਇਹ ਇਮੈਜਿਨ ਮੀਨਸ ਕਿ ਕਲਪਨਾ ਕਰਨੀ ਹੈ ਕਿ ਤੁਸੀਂ ਆਪਣੇ ਦੋਸਤ ਦੇ ਨਾਲ ਫੋਨ ਉੱਪਰ ਗੱਲ ਕਰ ਰਹੇ ਹੋ। ਟੈਲ ਈਚ ਅਦਰ ਅਬਾਊਟ 5 ਥਿੰਗਸ ਦੈਟ ਯੂ ਐਂਡ ਯੂਅਰ ਫੈਮਿਲੀ ਮੈਂਬਰਸ ਆਰ ਡੂਇੰਗ। ਤੁਹਾਨੂੰ ਦੋਵਾਂ ਨੂੰ ਇੱਕ ਦੂਜੇ ਨਾਲ 5 ਗੱਲਾਂ ਕਰਨੀਆਂ ਹੋਣਗੀਆਂ ਕਿ ਜਿਹੜੀਆਂ ਤੁਹਾਡੇ ਪਰਿਵਾਰ ਬਾਰੇ ਦੱਸਣਗੀਆਂ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਕੀ ਕਰ ਰਹੇ ਹਨ। ਯੂ ਕੈਨ ਪਿਕ ਵਰਡਸ ਫਰੋਮ ਦਾ ਫੋਲੋਇੰਗ ਟੇਬਲਸ। ਉਹਨਾਂ ਨੇ ਸਾਨੂੰ ਵਰਡਸ ਵੀ ਦਿੱਤੇ ਹੋਏ ਆ ਕਿ ਜਿਹੜੀਆਂ ਅਸੀਂ ਗੱਲਾਂ ਬਾਤਾਂ ਵਿੱਚ ਵਰਤਣੇ ਆ ਜਿਸ ਤਰ੍ਹਾਂ ਵਾਸ਼ ਵਾਚ ਡਾਂਸ ਲਾਫ ਕੁਕ ਕਲੀਨ ਪ੍ਰੇਅਰ ਮੇਕ ਡਸਟ ਡਰੋ ਜੰਪ ਐਂਡ ਹੈਲਪ। ਅਤੇ ਬੱਚਿਓ ਅਸੀਂ ਇਹਦੇ ਵਿੱਚ ਯੂਜ਼ ਕਰਾਂਗੇ ਪ੍ਰੈਜ਼ੈਂਟ ਕੰਟੀਨਿਊਸ ਸੈਂਟੈਂਸ ਕਿਉਂਕਿ ਇਹਦੇ ਵਿੱਚ ਉਹਨੇ ਪ੍ਰੈਜ਼ੈਂਟ ਦੀ ਗੱਲ ਕਰ ਰਹੀ ਹੈ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਇਸ ਟਾਈਮ ਕੀ ਕਰ ਰਿਹਾ ਪ੍ਰੈਜ਼ੈਂਟ 'ਚ ਕੀ ਕਰ ਰਿਹਾ ਅਤੇ ਉਹਦਾ ਰੂਲ ਤੁਹਾਨੂੰ ਪਤਾ ਹੀ ਹੈ ਇਜ਼ ਐਮ ਆਰ ਅਤੇ ਹੈਲਪ ਵਰਬ ਦੇ ਨਾਲ ING ਲਗਾ ਦਾਂਗੇ ਠੀਕ ਹੈ। ਸ਼ੁਰੂ ਕਰਦੇ ਹਾਂ। ਹਾਊ ਕੈਨ ਸਟਾਰਟ ਵਿਥ ਜਿਸ ਤਰ੍ਹਾਂ
ਇਹ ਕੀ ਕਹਿ ਰਿਹਾ ਹੈ? ਇਹਨੂੰ ਅਸੀਂ ਇਹ ਕਹਿ ਰਿਹਾ ਹੈ ਹੈਲੋ ਆਈ ਐਮ ਇਸ਼ਪ੍ਰੀਤ ਸਪੀਕਿੰਗ, ਹੂ ਇਜ਼ ਔਨ ਦਾ ਲਾਈਨ। ਕਹਿ ਰਿਹਾ ਕਿ ਮੈਂ ਇਸ਼ਪ੍ਰੀਤ ਬੋਲ ਰਹੀ ਹਾਂ, ਲਾਈਨ ਉੱਪਰ ਕੌਣ ਹੈ? ਬੀ ਬੋਲ ਰਿਹਾ ਹੈ ਹੈਲੋ ਆਈ ਐਮ ਹਰਸ਼ੀਨ ਸਪੀਕਿੰਗ, ਮੈਂ ਹਰਸ਼ੀਨ ਬੋਲ ਰਹੀ हाँ। तो फिर इशप्रीत की कह रही है ओ वट आर यू डूइंग, तो जी हरशीन है वो कह रही है आई एम कुकिंग, कि मैं खाना बना रही हाँ। फिर इशप्रीत कह रही है आर यू वॉचिंग टीवी, कि तू टीवी देख रही है। हरशीन कह रही है जैस, कि हाँ मैं टीवी देख रही हाँ। फिर इशप्रीत पूछ रही है वट इज़ योर मदर डूइंग, कि तेरी मम्मा की कर रही है। फिर हरशीन कह रही है शी इज़ कुकिंग, कि वो खाना बना रही है। फिर इशप्रीत पूछती है वट इज़ योर फादर डूइंग, कि तुहाडे पिता जी की कर रहे हैं। हरशीन कहती है ही इज़ प्रेइंग, मीनस कि वो पूजा कर रहे हैं। इशप्रीत पूछती है वट इज़ योर ब्रदर डूइंग, कि तेरा भरा की कर रहा है। हरशीन दसदी है ही इज़ वॉचिंग टीवी, कि वह टीवी देख रहा है। फिर इशप्रीत पूछती है वट इज़ योर सिस्टर डूइंग, कि तुहाडी भैन की कर रही है। हरशीन जवाब देती है शी इज़ डस्टिंग, कि वह झाड़ फूक कर रही है। फिर इशप्रीत पूछती है वट इज़ योर ग्रैंडफादर डूइंग, कि तेरे दादा जी की कर रहे हैं। तो हरशीन कहती है ही इज़ हैल्पिंग द पुअर, कि वो गरीबां दी मदद कर रहे हैं। एक्टिविटी नंबर 10 रीड द डायलॉग बिटवीन ए डायनासोर एंड ए स्पैरो, कि एक डायनासोर दे विच ते एक चिड़ी दे विच जेह्ड़े गलबात है उसनूं पढ़ो। डायनासोर इज़ एन एक्सटिंक्ट एनिमल एंड स्पैरो इज़ अबाउट टू बिकम एक्सटिंक्ट। डायनासोर ਜਿਹੜੇ ਆ ਉਹ ਲੁਪਤ ਹੋ ਗਏ ਜਾਨਵਰ ਹੈ ਅਤੇ ਜਿਹੜੀਆਂ ਚਿੜੀਆਂ ਵਾ ਉਹ ਵੀ ਲੁਪਤ ਹੋ ਰਹੀਆਂ ਨੇ। ਐਕਸਟਿੰਕਟ ਮੀਨਸ ਲੁਪਤ ਹੋ ਜਾਣਾ, ਮੀਨਸ ਕਿ ਖਤਮ ਹੋ ਜਾਣਾ। ਪਹਿਲੇ ਡਾਇਨਾਸੋਰ ਹੁੰਦੇ ਸੀ ਅੱਜ ਤੋਂ ਬਹੁਤ ਸਾਲ ਪਹਿਲੇ, ਲੇਕਿਨ ਉਹ ਹੁਣ ਲੁਪਤ ਹੋ ਗਏ ਹਨ। ਅਤੇ ਜਿਹੜੀਆਂ ਚਿੜੀਆਂ ਵਾ ਉਹ ਵੀ ਅੱਜ ਕੱਲ੍ਹ ਘੱਟ ਦਿਖਦੀਆਂ ਨੇ। ਇਸ ਦਾ ਮਤਲਬ ਹੈ ਕਿ ਚਿੜੀਆਂ ਵੀ ਲੁਪਤ ਹੁੰਦੀਆਂ ਜਾ ਰਹੀਆਂ ਹਨ। ਰੇਡੀਏਸ਼ਨ ਫਰੋਮ ਮੋਬਾਈਲ ਫੋਨ ਟਾਵਰਸ ਹੈਜ਼ ਹਾਰਮਡ ਸਪੈਰੋ ਐਂਡ ਅਦਰ ਬਰਡਸ, ਕਿਹਨਾਂ ਦੇ ਨਾਲ ਚਿੜੀਆਂ ਖਤਮ ਹੋਈਆਂ ਜਾ ਰਹੀਆਂ ਨੇ? ਜਿਹੜੀਆਂ ਰੇਡੀਏਸ਼ਨ ਆਉਂਦੀਆਂ ਸਾਡੇ ਮੋਬਾਈਲ ਫੋਨਸ ਦੀਆਂ, ਸਾਡੇ ਪਿੰਡਾਂ 'ਚ ਸਾਡੇ ਸ਼ਹਿਰਾਂ 'ਤੇ ਥਾਂ ਥਾਂ ਜਿਹੜੇ ਟਾਵਰ ਲੱਗੇ ਹੋਏ ਆ ਉਹਦੀਆਂ ਰੇਡੀਏਸ਼ਨ ਜਿਹੜੀਆਂ ਵਾ ਬਹੁਤ ਖਤਰਨਾਕ ਨੇ, ਜਿਹੜੀਆਂ ਚਿੜੀਆਂ ਨੂੰ ਅਤੇ ਹੋਰ ਜਿਹੜੇ ਪੰਛੀ ਹੈ ਉਹਨਾਂ ਨੂੰ ਖਤਮ ਕਰ ਰਹੀਆਂ ਹਨ। ਕੰਪਲੀਟ ਦ ਡਾਇਲੌਗਸ ਬਾਈ ਟੋਕਿੰਗ ਇਨਫੋਰਮੇਸ਼ਨ ਫਰੋਮ ਦਾ ਗਿਵਨ ਟੇਬਲ। ਠੀਕ ਹੈ, ਅਸੀਂ ਜਿਹੜੀ ਆ ਗੱਲਬਾਤ ਕਰਾਂਗੇ, ਸਾਨੂੰ ਇਹ ਟੇਬਲ ਦਿੱਤਾ ਹੋਇਆ ਹੋਗਾ, ਇਹਦੇ ਵਿੱਚ ਅਸੀਂ ਜਿਹੜੀ ਗੱਲਬਾਤ ਦੇ ਵਿੱਚ ਇਸ ਟੇਬਲ ਨੂੰ ਹੀ ਵਰਤਾਂਗੇ। ਜਿਸ ਤਰ੍ਹਾਂ ਅਬਾਊਟ ਡਾਇਨਾਸੋਰ ਬਾਰੇ ਕੀ ਦੱਸਿਆ ਗਿਆ? ਫਸਟ ਅਪੀਅਰ, ਕਿ ਪਹਿਲੀ ਵਾਰ ਕਦੋਂ ਦੇਖਣ ਨੂੰ ਮਿਲੇ ਸੀਗੇ? 235 ਮਿਲੀਅਨਸ ਈਅਰਸ ਅਗੋ, ਮੀਨਸ ਕਿ 235 ਸਾਲ ਪਹਿਲੇ ਜਿਹੜੇ ਡਾਇਨਾਸੋਰ ਹੀ ਉਹ ਦੇਖੇ ਗਏ ਸੀਗੇ ਪਹਿਲੀ ਵਾਰ। ਕਲਾਸ ਕਿਹੜੀ ਹੈ ਇਹਨਾਂ ਦੀ? ਰੈਪੀਟਾਈਲ, ਮੀਨਸ ਕਿ ਇਹ ਕਿਸ ਤਰ੍ਹਾਂ ਚੱਲਦੇ ਆ? ਰੇਂਗ ਕੇ ਚੱਲਦੇ ਆ। ਰੈਪੀਟਾਈਲ ਮੀਨਸ ਰੇਂਗ ਕੇ ਜਾਣਾ, ਠੀਕ ਹੈ ਨਾ, ਹੌਲੀ ਹੌਲੀ। ਸਾਈਜ਼ ਕੀ ਹੈ ਡਾਇਨਾਸੋਰਸ ਦਾ? ਇਹਨਾਂ ਦੇ ਡਿਫਰੈਂਟ ਸਾਈਜ਼ ਹੁੰਦੇ ਆ, ਜਿਸ ਤਰ੍ਹਾਂ 20 ਇੰਚ ਟੂ 39.7 ਮੀਟਰ, ਠੀਕ ਹੈ ਨਾ, ਸੇਮ ਸਾਈਜ਼ ਨਹੀਂ ਹੈ, ਡਿਫਰੈਂਟ ਸਾਈਜ਼ ਹੈ। ਹਾਈਟ ਕਿੰਨੀ ਹੈ? ਹਾਈਟ ਹੈ 59 ਫੀਟ। ਲਾਰਜੈਸਟ ਡਾਇਨਾਸੋਰ, ਜਿਹੜਾ ਸਭ ਤੋਂ ਵੱਡਾ ਡਾਇਨਾਸੋਰ ਹੈ ਉਹਦੀ ਜਿਹੜੀ ਹਾਈਟ ਹੈ 59 ਫੀਟ ਦੀ ਹੈ। ਲਾਈਫ ਔਨ ਅਰਥ, ਇਹ ਕਿੰਨੇ ਸਾਲ ਧਰਤੀ ਉੱਪਰ ਰਹੇ? 150 ਮਿਲੀਅਨਸ ਜੀਅਰਸ, ਵੀ 150 ਮਿਲੀਅਨ ਜੀਅਰ ਇਹ ਧਰਤੀ ਉੱਪਰ ਰਹੇ, ਲੇਕਿਨ ਹੁਣ ਇਹ ਖਤਮ ਹੋ ਚੁੱਕੇ ਨੇ। ਐਕਸਟਿੰਕਸ਼ਨ ਮਤਲਬ ਕਿ ਇਹ ਕਦੋਂ ਖਤਮ ਹੋਏ? 66 ਮਿਲੀਅਨ ਜੀਅਰਸ ਅਗੋ, ਮਤਲਬ ਕਿ 66 ਸਾਲ ਪਹਿਲੇ ਇਹ ਖਤਮ ਹੋ ਚੁੱਕੇ ਨੇ। ਕਾਜ਼ ਆਫ ਐਕਸਟਿੰਕਸ਼ਨ, ਕਿ ਉਹਨਾਂ ਦੇ ਖਤਮ ਹੋਣ ਦਾ, ਲੁਪਤ ਹੋਣ ਦਾ ਕੀ ਕਾਰਨ ਹੈ? ਐਸਟਰੋਇਡ ਹਿੱਟ ਔਨ ਦਾ ਅਰਥ, ਕਿ ਇੱਕ ਜਿਹੜਾ ਐਸਟਰੋਇਡ, ਇੱਕ ਕੋਈ ਪਿੰਡ ਹੈ ਜਿਹੜਾ ਪੁਲਾੜ ਤੋਂ ਧਰਤੀ ਉੱਪਰ ਡਿੱਗਾ ਅਤੇ ਇਹ ਖਤਮ ਹੋ ਗਏ। ਰਿਜ਼ਲਟ ਆਫ ਦਾ ਐਸਟਰੋਇਡ ਹਿੱਟ, ਕਿ ਜਿਹੜਾ ਐਸਟਰੋਇਡ ਜਿਹੜਾ ਪਿੰਡ ਇੱਕ ਪੁਲਾੜ ਤੋਂ ਡਿੱਗਾ ਸੀ ਉਹਦਾ ਨਤੀਜਾ ਕੀ ਨਿਕਲਿਆ? ਕਿ ਮਾਸ ਐਕਸਟਿੰਕਸ਼ਨ ਆਫ ਮੋਸਟ ਸਪੀਸੀਜ਼ ਔਨ ਦਾ ਅਰਥ, ਕਿ ਜਿਹੜੇ
ਜਿਹੜਾ ਪਿੰਡ ਡਿੱਗਾ ਸੀਗਾ ਉਸਨੇ ਧਰਤੀ ਦਾ ਜਿਹੜਾ ਬਹੁਤ ਵੱਡਾ ਹਿੱਸਾ ਸੀਗਾ ਉਹਨੂੰ ਨੁਕਸਾਨ ਪਹੁੰਚਾਇਆ ਸੀ, ਜਿਹਦੇ ਨਾਲ ਕਿ ਬਹੁਤ ਜ਼ਿਆਦੀਆਂ ਪ੍ਰਜਾਤੀਆਂ ਜਿਹੜੀਆਂ ਸੀਗੀਆਂ ਉਹ ਲੁਪਤ ਹੋ ਗਈਆਂ ਸਨ। ਹੁਣ ਅਸੀਂ ਡਾਇਲੋਗਸ ਕਰਦੇ ਹਾਂ। स्पैरो की कह रही है, हेलो स्ट्रेंजर, कि हाई अजनबी, यू आर सो ह्यूज, कि तू बहुत बड़ा है। हाउ कैन आई हेल्प यू, कि मैं तेरी मदद किवें कर सकती हाँ। डायनासोर की कह रहा है, ओ हेलो, एक्चुअली आई एम नॉट ए स्ट्रेंजर, कि असल विच मैं कोई स्ट्रेंजर नहीं हाँ, मतलब कि कोई अजनबी नहीं हाँ। स्ट्रेंजर मीनस अजनबी। आई यूज टू लिव हेयर 66 मिलियन ईयर्स अगो, कि मैं भी धरती उपर 66 मिलियन साल पहले रहंदा सी। ह्यूमन कॉल्स अस डायनासोर, कि ਜਿਹੜੇ ਲੋਕ ਹੈ ਮਨੁੱਖ ਹੈ ਉਹ ਮੈਨੂੰ ਡਾਇਨਾਸੋਰ ਕਹਿੰਦੇ ਸਨ। ਸੋ ਆਈ ਐਮ ਜਸਟ ਐਕਸਪਲੋਰਿੰਗ ਹਾਊ ਮਚ ਦਾ ਪਲੈਨਟਸ ਹੈਜ਼ ਚੇਂਜਡ। ਅਤੇ ਜਿਹੜਾ ਡਾਇਨਾਸੋਰ ਹੈ ਉਹ ਸਪੈਰੋ ਨੂੰ ਕਹਿ ਰਿਹਾ ਹੈ, ਮੈਂ ਤੈਨੂੰ ਦੱਸਦਾ ਵਾਂ ਕਿ ਕਿਸ ਤਰ੍ਹਾਂ ਜਿਹੜਾ ਧਰਤੀ ਹੈ ਪੂਰੀ ਚੇਂਜ ਹੁੰਦੀ ਜਾ ਰਹੀ ਹੈ। ਸਪੈਰੋ ਜਿਹੜੀ ਕਹਿ ਰਹੀ ਹੈ, ਓਹ ਰੀਅਲੀ, ਕਿ ਸੱਚੀ, ਹਾਊ ਮਚ ਹੈਜ਼ ਇਟ ਚੇਂਜਡ, कि ये किन्नी चेंज हो गई है मैनू दस। डायनासोर की कह रहा है, ओ इट हैज़ चेंज सो मच, कि ये बहुत ज़्यादा बदल गई है। आई डोंट लाइक द चेंज। डायनासोर कहता है कि मैनू जो बदलाव है वो पसंद नहीं है। देयर वॉज नो ह्यूमन देयर वर नो ह्यूमन एंड बिल्डिंग वैन आई यूज टू लिव, नो पोल्यूशन एंड नो ग्लोबल वार्मिंग। जो डायनासोर है चिड़ी नू दस रहा है स्पैरो नू कि जदों मैं ਸੀ ਨਾ ਤਾਂ ਉਦੋਂ ਕੋਈ ਆਦਮੀ ਸੀਗਾ, ਨਾ ਹੀ ਕੋਈ ਬਿਲਡਿੰਗ ਸੀਗੀ, ਠੀਕ ਹੈ ਨਾ, ਜਦੋਂ ਮੈਂ ਰਹਿੰਦਾ ਸੀਗਾ, ਅਤੇ ਨਾ ਹੀ ਕੋਈ ਪੋਲਿਊਸ਼ਨ ਸੀ, ਗਲੋਬਲ ਵਾਰਮਿੰਗ ਨਹੀਂ ਸੀਗੀ, ਠੀਕ ਹੈ ਨਾ, ਜਿਹੜੀ ਜਿਹੜਾ ਧੁੱਪ ਦੀਆਂ ਕਿਰਨਾਂ ਪੈਂਦੀਆਂ ਹੈ, ਠੀਕ ਹੈ, ਇਹਨੂੰ ਗਲੋਬਲ ਵਾਰਮਿੰਗ ਕਹਿੰਦੇ ਆ। ਡਾਇਨਾਸੋਰ ਦੱਸ ਰਿਹਾ ਕਿ ਜਦੋਂ ਮੈਂ ਸੀਗਾ ਉਦੋਂ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਸੀਗਾ, ਨਾ ਮਨੁੱਖ ਸੀਗੇ, ਨਾ ਬਿਲਡਿੰਗਾਂ ਸੀਗੀਆਂ, ਅਤੇ ਨਾ ਹੀ ਪੋਲਿਊਸ਼ਨ ਸੀਗੇ, ਅਤੇ ਨਾ ਹੀ ਗਲੋਬਲ ਵਾਰਮਿੰਗ ਸੀਗੀ। ਚਿੜੀ ਕੀ ਕਹਿ ਰਹੀ ਹੈ, ਓ ਟੈਲ ਮੀ ਮੋਰ ਸਰ, ਕਿ ਮੈਨੂੰ ਕੁਛ ਹੋਰ ਵੀ ਦੱਸ। किनू कह रही है, डायनासोर नू कह रही है। डायनासोर की कह रहा है, देयर वाज ट्रीज ऑल अराउंड, कि सारे पासे रुख ही रुख सन। वी वर एवरीवेयर, असी सब जगह ते सीगे, ऑन द लैंड, इन द एयर एंड इन द वाटर। डायनासोर कहता है कि चारे पासे रुख ही रुख सन, अते असी सारे पासे सी, धरती उत्ते, हवा विच ते पानी विच। स्पैरो, ओ वाओ, वट वर दे कॉल्ड। ते चिड़ी कह रही है, बहुत वधिया, कि ये तैनू की बुलाते सन। डायनासोर कह रहा है, ह्यूमनस हैव नेम्ड द फ्लाइंग डायनासोरस एज पेट्रोडैक्टाइल। ठीक है, कि ਜਿਹੜੇ डायनासोर दस रहा है कि ਜਿਹੜੇ ह्यूमन है, ਜਿਹੜੇ ਉੱਡਣ ਵਾਲੇ डायनासोर ਸੀਗੇ ਉਹਨਾਂ ਨੇ ਜਿਹੜੇ ਮਨੁੱਖ ਨੇ ਉਹਨਾਂ डायनासोर ਦਾ ਨਾਮ ਰੱਖਿਆ ਪੈਟਰੋਡੈਕਟਾਈਲ। ਠੀਕ ਹੈ, ਜਿਹੜੇ डायनासोर ਉੱਡਦੇ ਸਨ। चिड़ी कह रही है, एंड वट अबाउट द वंस दे लिव्ड इन द वाटर, तो उन्हों का की नाम सी ਜਿਹੜੇ पानी विच रहिंदे हन। तो डायनासोर दसदा है, दे हैव बीन नेम्ड एज स्पिनोसॉरस, कि ਜਿਹੜੇ पानी विच डायनासोर रहिंदे सी उन्हों का नाम सी स्पिनोसॉरस। स्पैरो फिर की कह रही है, मिस्टर डायनासोर, आई हैव सो मैनी क्वेश्चन टू आस्क यू, कि मेरे को बहुत सारे क्वेश्चन ने, प्रश्न ने पुछण दे लई। ठीक है, हुण असीं करदे हां, वैन हैड यू फर्स्ट अपीयर्ड। ਜਿਹੜੀ स्पैरो आ वो डायनासोर ਨੂੰ ਪੁੱਛ ਰਹੀ ਹੈ ਕਿ ਤੁਸੀਂ ਪਹਿਲੀ ਵਾਰੀ ਕਦੋਂ ਦਿਖੇ ਸੀਗੇ। ਤੇ डायनासोर ਕਹਿ ਰਿਹਾ ਹੈ, आई हैड अपीयर्ड 235 मिलियंस ईयर्स अगो, ਅਸੀਂ ਪਹਿਲੇ 235 ਮਿਲੀਅਨ ਈਅਰਸ ਪਹਿਲੇ ਦਿਖੇ ਸੀ। स्पैरो फिर ਪੁੱਛਦੀ ਹੈ, ਵਟ ਵਾਜ਼ ਦਾ ਹਾਈਟ ਆਫ ਦਾ डायनासोर, ਕਿ डायनासोर ਦੀ हाइट मीनस कि कद कितना ਹੁੰਦਾ है। डायनासोर की कह रहा है, 59 फीट। स्पैरो फिर पूछती है, वट वाज द कॉज ऑफ एक्सटिंक्शन, मतलब कि तुहाडे लुप्त होने का की कारण है। तो डायनासोर कह रहा है, एन एस्टरॉइड हिट्स ऑन द अर्थ, एक जड़ा पुलाड़ विचों पिंड जड़ा डिग्गा सी धरती उपर, उसने ही डायनासोर की जी प्रजाति है उसनों खत्म कर दिता। ठीक है ना, ये सी कन्वरसेशन बिटवीन डायनासोर ते स्पैरो। ਇਹਦੇ ਨਾਲ ਹੀ ਸਾਡੀ ਵੀਡੀਓ ਖਤਮ ਹੁੰਦੀ ਹੈ। ਮਿਲਦੇ ਹਾਂ ਨੈਕਸਟ ਵੀਡੀਓ 'ਚ।